ਆਪਣੇ ਨਾਲ ਨਹੀਂ ਤੁਹਾਡੇ ਨਾਲ ਵੀ ਹੈ ਅਤੇ ਵਕਤ ਦੀ ਹਕੂਮਤ ਨਾਲ ਵੀ ਹੈ। ਭਾਈ ਸੁਰਿੰਦਰ ਸਿੰਘ ਜੀ ਦਰਬਾਰ ਸਾਹਿਬ ਦੀ ਮਰਿਆਦਾ ਦੱਸ ਰਹੇ ਸਨ। ਭਾਈ ਮਨੀ ਸਿੰਘ ਜੀ ਤੁਹਾਡੇ ਅਸੀਂ ਰਿਣੀ ਹਾਂ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਮਰਿਆਦਾ ਬਣਾਈ ਜਿਹੜੇ ਨੂੰ ਕੋਈ ਹਟਾ ਨਹੀਂ ਸਕੇਗਾ ਅਤੇ ਸਿਰਫ 5 ਦਿਨ ਮੇਰੀ ਹੋਸ਼ ਅੰਦਰ 5 ਜੂਨ ਤੋਂ ਲੈ ਕੇ 9 ਜੂਨ ਤੱਕ वो मर्यादा ही नहीं अंदर प्रकाश नहीं होया। इस हमले दौरान दरबार साहब दे आसपास ते विशेष तौर ते अकाल तख्त दी तबाही बयान करन तो बाहर सी। दरबार साहिब कॉम्पलैक्स विच ही बनी सिख रेफरेंस लाइब्रेरी जला के राख कर दी गई। इस विच पंजाब ते सिख इतिहास नाल संबंधित हजारां दुर्लभ पुस्तकां ਸਾਹਿਤਕ ਰਚਨਾਵਾਂ ਗੁਰੂ ਸਾਹਿਬਾਨ ਦੁਆਰਾ ਲਿਖੇ ਹੁਕਮਨਾਮੇ ਅਤੇ 3000 ਤੋਂ ਵੱਧ ਹੱਥ ਲਿਖਿਤ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਤਬਾਹ ਕਰ ਦਿੱਤੀਆਂ ਗਈਆਂ। ਸਰਕਾਰੀ ਤੌਰ ਤੇ ਇਸ ਸਾਰੀ ਕਾਰਵਾਈ ਨੂੰ ਜਾਇਜ਼ ਕਰਾਰ ਦਿੰਦੇ ਹੋਏ ਇਹ ਕਿਹਾ ਗਿਆ ਕਿ ਸਰਕਾਰ ਕੋਲ ਇਸ ਤੋਂ ਬਿਨਾਂ ਕੋਈ ਵਿਕਲਪ ਰਹਿ ਹੀ ਨਹੀਂ ਸੀ ਗਿਆ। Our action was not against the Sikhs, it was not against the Sikh religion, it was not against the Golden Temple. It was against a very small, comparatively small group in which we believe there were other people too, not only Sikhs, who were desecrating the holy place, and the action was against them. दरअसल सरकार दा नजरिया की है? सरकार दा नजरिया सिक्खी नूं खत्म करन दा है। ये सरकार दी साजिश सी। सरकार सिखां नूं सबक सिखाउणा चाहुंदी सी। फौज गई, फौज विरोधी देशां नाल लड़दी है और मैं समझना उस सिख कौम उत्ते जिन्हें देश दी हद्दां ते राखी कीती ਉਹਨੂੰ ਮਾਰਨ ਲਈ ਉਹਦਾ ਹਰਮੰਦਰ ਉਹਦਾ ਅਕਾਲ ਤਖਤ ਢਾਉਣ ਲਈ ਫੌਜ ਨੂੰ ਚਾੜਿਆ। ਇਹ ਦੇਸ਼ ਦੀ ਸਰਕਾਰ ਦੇ ਮੱਥੇ ਰਹਿੰਦੀ ਦੁਨੀਆ ਤੱਕ ਕਲੰਕ ਰਹੇਗਾ। ਲੋਕਾਂ ਵਿੱਚ ਇਸ ਦੁਖਦਾਈ ਘਟਨਾ ਦਾ ਪ੍ਰਤੀਕਰਮ ਇੰਨਾ ਗਹਿਰਾ ਸੀ ਕਿ ਉਹ ਸਮੁੱਚੀ ਸਿੱਖ ਕੌਮ ਦੀ ਇੱਜ਼ਤ ਨੂੰ ਜ਼ਲੀਲ ਕੀਤਾ ਗਿਆ ਸਮਝਣ ਲੱਗ ਪਏ। ਜਦੋਂ ਵੀ ਕਿਸੇ ਕੌਮ ਦਾ ਧਾਰਮਿਕ ਮੱਕਾ ਢਾਇਆ ਜਾਵੇ, ਸ੍ਰੀ ਅਕਾਲ ਤਖਤ ਸਾਹਿਬ ਢਾਇਆ ਜਾਵੇ, ਧੀਆਂ ਭੈਣਾਂ ਦੀ ਬੇਪਤੀ ਕੀਤੀ ਜਾਵੇ, ਨੌਜਵਾਨਾਂ ਦਾ ਕਤਲੇਆਮ ਕੀਤਾ ਜਾਵੇ, ਬੱਚਿਆਂ ਨੂੰ ਸ਼ਹੀਦ ਕੀਤਾ ਜਾਵੇ, ਉਹ ਤੁਸੀਂ ਦੇਖ ਲਓ ਵੀ ਕਿੰਨੀ ਕੁ ਮਤਲਬ ਵੀ ਦੁਰਦਸ਼ਾ ਉਸ ਕੌਮ ਦੀ, ਉਸ ਇਨਸਾਨ ਦੀ ਉਹਨਾਂ ਦੀ ਹੋ ਸਕਦੀ ਜਿੰਨੀ ਕੁ ਮਤਲਬ ਸਾਡੀ ਹੋਈ ਆ। I at that time warned Mrs. Gandhi before Blue Star, and she kept assuring me that there would be no question of this sending the army into the temple. She did it, and I quoted Urdu couplet in Parliament at her, which I think sums up. वो वक्त भी देखा तारीख की घड़ियों ने, लम्हों ने खता की थी, सदियों ने सजा पाई. And I told Mrs. Gandhi, you made a blunder and the country will pay the price. 1984 ਵਿੱਚ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਤੋਂ ਬਾਅਦ ਪੰਜਾਬ ਵਿੱਚ ਕਦੇ ਸ਼ਾਂਤੀ ਨਹੀਂ ਹੋਈ। ਪੰਜਾਬ ਦੇ ਅਜੋਕੇ ਦੁਖਾਂਤ ਦਾ ਮੁੱਢ ਪੰਜਾਬੀ ਸੂਬਾ ਅੰਦੋਲਨ ਦੇ ਨਾਲ ਹੀ ਸ਼ੁਰੂ ਹੋ ਗਿਆ। ਨਹਿਰੂ ਸਰਕਾਰ ਦੇ ਸਮੇਂ ਜਦੋਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਏ ਜਾ ਰਹੇ ਸਨ ਤਾਂ ਉੱਤਰੀ ਭਾਰਤ ਵਿੱਚ ਪੰਜਾਬੀ ਸੂਬਾ ਜ਼ਿੰਦਾਬਾਦ ਦਾ ਨਾਰਾ ਲਗਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਜਿਹੜੀ ਕਾਂਗਰਸ ਦਾ ਆਪਣਾ ਜੋ ਸਿਧਾਂਤ ਸੀ ਲਿੰਗੁਇਸਟਿਕ ਸਟੇਟਸ ਬਣਾਉਣ ਦਾ ਆਜ਼ਾਦੀ ਤੋਂ ਬਾਅਦ, ਉਹਨੇ ਭਾਸ਼ਾਈ ਸੂਬੇ ਬਾਕੀ ਤਾਂ ਸਾਰੇ ਹਿੰਦੁਸਤਾਨ ਵਿੱਚ ਬਣਾਉਣੇ ਪ੍ਰਵਾਨ ਕਰ ਲਏ ਜਾਂ ਕਮਿਸ਼ਨ ਬਿਠਾਤਾ, ਲੇਕਿਨ ਉਸ ਕਮਿਸ਼ਨ ਨੂੰ ਪਾਬੰਦ ਕਰ ਦਿੱਤਾ ਵੀ ਉੱਤਰੀ ਭਾਰਤ ਵਿੱਚ ਕੋਈ ਨਹੀਂ ਕਰਨਾ, ਕੋਈ ਸਿਫਾਰਿਸ਼ ਨਹੀਂ ਹੋਏਗੀ, ਕੋਈ ਭਾਸ਼ਾਈ ਪ੍ਰਾਂਤ ਨਹੀਂ ਬਣੇਗਾ। ਐਜੀਟੇਸ਼ਨ ਸ਼ੁਰੂ ਹੋਈ, ਪੰਜਾਬੀ ਸੂਬਾ ਜ਼ਿੰਦਾਬਾਦ। ਤੇ ਤੁਸੀਂ ਹੈਰਾਨ ਹੋਵੋਗੇ ਵੀ ਉਸ ਵੇਲੇ ਦੀ ਲੀਡਰਸ਼ਿਪ ਨੇ, ਉਸ ਵੇਲੇ ਦੀ ਸਰਕਾਰ ਨੇ, ਜਿਹਦੇ ਮੁਖੀ ਪੰਡਤ ਜਵਾਹਰ ਲਾਲ ਔਰ ਨਕਾਟਜੂ ਵਗੈਰਾ ਸਨ, ਉਹਨਾਂ ਨੇ ਬੈਨ ਕਰ ਦਿੱਤਾ, ਇਹ ਪਟੇਲ ਵੀ ਜ਼ਿੰਦਾ ਸਨ ਉਦੋਂ, ਕਿ ਤੁਸੀਂ ਪੰਜਾਬੀ ਸੂਬਾ ਜ਼ਿੰਦਾਬਾਦ ਵੀ ਨਹੀਂ ਕਹਿ ਸਕਦੇ। ਇਸ ਪਾਬੰਦੀ ਨੂੰ ਤੋੜਨ ਲਈ 14,000 ਸਿੱਖ ਜੇਲ੍ਹਾਂ ਵਿੱਚ ਗਏ। 14,000 ਜੇਲ੍ਹਾਂ ਵਿੱਚ ਜਾਣ ਤੋਂ ਬਾਅਦ ਸਾਨੂੰ ਇੰਨੀ ਕੁ ਗੱਲ ਕਹਿਣ ਦੀ ਆਜ਼ਾਦੀ ਮਿਲੀ, ਚੰਗਾ ਤੁਸੀਂ ਪੰਜਾਬੀ ਸੂਬਾ ਆਜ਼ਾਦ ਕਹਿ ਸਕਦੇ ਹੋ।
ਪੰਜਾਬੀ ਸੂਬਾ ਜਿੰਦਾਬਾਦ ਕਹਿ ਸਕਦੇ ਹੋ। ਫਿਰ ਪੰਜਾਬੀ ਸੂਬੇ ਲਈ ਲੜਾਈ ਲੜੀ। ਚਾਹੀਦਾ ਤਾਂ ਇਹ ਸੀ ਆਜ਼ਾਦੀ ਤੋਂ ਬਾਅਦ ਲੋਕਾਂ ਨੂੰ ਇਹ ਮੌਕਾ ਹੀ ਨਾ ਮਿਲਦਾ। ਜਿਸ ਤਰ੍ਹਾਂ ਆਜ਼ਾਦ ਦੇਸ਼ਾਂ ਦੀਆਂ ਸਰਕਾਰਾਂ ਈਮਾਨਦਾਰੀ ਨਾਲ ਬੋਲੀ ਦੇ ਮਸਲੇ, ਕਲਚਰ ਦੇ ਮਸਲੇ ਆਉਂਦਿਆਂ ਸਾਰ ਇਹ ਪਹਿਲਾ ਮਸਲੇ ਹੱਲ ਕਰ ਦਿੰਦੇ ਨੇ ਤਾਂ ਕਿ ਕਿਸੇ ਬੰਦੇ ਨੂੰ ਸਰਕਾਰ ਤੇ ਇਤਰਾਜ਼ ਕਰਨ ਦਾ ਮੌਕਾ ਨਾ ਮਿਲੇ। ਪਰ ਸਾਡੇ ਦੇਸ਼ ਦੇ ਹੁਕਮਰਾਨਾਂ ਨੇ ਉਹਨਾਂ ਨੂੰ ਸ਼ਾਇਦ ਫਾਇਦਾ ਹੀ ਇਸੇ ਗੱਲ ਵਿੱਚ ਸੀ, ਬੋਲੀ ਦੇ ਝਗੜੇ ਹੋਈ ਜਾਣ, ਸਾਡੀ ਗੱਦੀ ਕਾਇਮ ਰਹੇ। ਜੇ ਇਮਾਨਦਾਰੀ ਨਾਲ ਸੋਚਦੇ ਸ਼ਾਇਦ ਗੱਦੀ ਉਹਨਾਂ ਦੀ ਇਦੋਂ ਵੀ ਤਕੜੀ ਹੋਣੀ ਸੀ। ਜੇ ਮਸਲੇ ਹੱਲ ਹੋ ਜਾਂਦੇ ਸਾਰੇ, ਬੋਲੀ ਦਾ ਮਸਲਾ, ਸੂਬਿਆਂ ਦਾ ਮਸਲਾ ਔਰ ਘੱਟ ਗਿਣਤੀਆਂ ਦਾ ਮਸਲਾ, ਇਹ ਮਸਲੇ ਆਉਂਦਿਆਂ ਸਾਰ ਹੱਲ ਹੋ ਜਾਂਦੇ, ਸ਼ਾਇਦ ਉਹਨਾਂ ਨੂੰ ਵੀ ਆਪਣੀ ਗੱਦੀ ਦਾ ਫਿਕਰ ਨਹੀਂ ਸੀ ਰਹਿਣਾ। ਇਹ ਭੁਲੇਖਾ ਸੀ ਉਹਨਾਂ ਨੂੰ। ਪੰਜਾਬੀ ਸੂਬੇ ਲਈ ਲਾਇਆ ਗਿਆ ਮੋਰਚਾ ਕਈ ਸਾਲ ਚੱਲਦਾ ਰਿਹਾ। ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਨੇ ਇਸ ਮੋਰਚੇ ਦੀ ਅਗਵਾਈ ਕੀਤੀ। ਪੰਜਾਬੀ ਸੂਬੇ ਦੇ ਮੋਰਚੇ ਲਈ ਸਭ ਤੋਂ ਵੱਧ ਕੁਰਬਾਨੀ ਸਿੱਖਾਂ ਨੂੰ ਹੀ ਕਰਨੀ ਪਈ, ਕਿਉਂਕਿ ਪੰਜਾਬ ਦੀ ਬਹੁਤੀ ਹਿੰਦੂ ਜਨਤਾ ਇਸ ਹੱਕ ਵਿੱਚ ਨਹੀਂ ਸੀ ਕਿ ਉੱਤਰੀ ਭਾਰਤ ਵਿੱਚ ਕੋਈ ਅਜਿਹਾ ਸੂਬਾ ਬਣੇ ਜਿੱਥੇ ਕਿ ਸਿੱਖ ਬਹੁ ਗਿਣਤੀ ਵਿੱਚ ਹੋ ਜਾਣ। ਆਮ ਤੌਰ ਤੇ ਉਹਨਾਂ ਨੇ ਇਸ ਮੰਗ ਦਾ ਵਿਰੋਧ ਹੀ ਕੀਤਾ। 1965 ਵਿੱਚ ਹਿੰਦ ਪਾਕਿਸਤਾਨ ਦੀ ਜੰਗ ਸ਼ੁਰੂ ਹੋ ਜਾਣ ਕਾਰਨ ਇਹ ਮੋਰਚਾ ਅੱਗੇ ਪਾ ਦਿੱਤਾ ਗਿਆ। ਹਿੰਦ ਪਾਕ ਲੜਾਈ ਵਿੱਚ ਸਿੱਖਾਂ ਨੇ ਵੱਧ ਚੜ ਕੇ ਹਿੱਸਾ ਲਿਆ। ਆਖਰ ਇੰਦਰਾ ਸਰਕਾਰ ਨੇ 1966 ਵਿੱਚ ਪੰਜਾਬੀ ਸੂਬੇ ਦੀ ਮੰਗ ਤਾਂ ਪ੍ਰਵਾਨ ਕਰ ਲਈ, ਪਰ ਚੰਡੀਗੜ੍ਹ, ਜਿਸ ਨੂੰ ਪੰਜਾਬ ਦੀ ਰਾਜਧਾਨੀ ਵਜੋਂ ਵਿਕਸਿਤ ਕੀਤਾ ਗਿਆ ਸੀ, ਉਸ ਨੂੰ ਹਰਿਆਣਾ ਤੇ ਪੰਜਾਬ ਦੀ ਸਾਂਝੀ ਰਾਜਧਾਨੀ ਰਹਿਣ ਦਿੱਤਾ ਗਿਆ। ਪੰਜਾਬ ਦੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਜਾਂ ਤੇ ਹਰਿਆਣਾ ਨੂੰ ਦੇ ਦਿੱਤੇ ਗਏ ਜਾਂ ਹਿਮਾਚਲ ਦੇ ਹਿੱਸੇ ਆ ਗਏ। ਪੰਜਾਬ ਦੀ ਬਹੁਤ ਸਾਰੀ ਵਸੋਂ ਤੇ ਖਾਸ ਕਰਕੇ ਅਕਾਲੀ ਨੇਤਾ ਇਹੋ ਜਿਹਾ ਲੰਗੜਾ ਸੂਬਾ ਲੈ ਕੇ ਖੁਸ਼ ਨਹੀਂ ਸਨ। It was a long run struggle in which about 65,000 people had to court arrest. And ultimately when Punjabi Suba was formed, it was not according to the wishes of the people. ਪੰਜਾਬੀ ਸੂਬੇ ਦੀ ਸਥਾਪਤੀ ਮਗਰੋਂ ਪੰਜਾਬ ਦੇ ਸਿਆਸੀ ਹਾਲਾਤ ਨੇ ਇੱਕ ਨਵਾਂ ਮੋੜ ਲੈਣਾ ਸ਼ੁਰੂ ਕਰ ਦਿੱਤਾ। ਅਕਾਲੀ ਦਲ ਨੇ ਆਨੰਦਪੁਰ ਸਾਹਿਬ ਵਿਖੇ ਆਪਣੇ ਸਾਲਾਨਾ ਇਜਲਾਸ ਵਿੱਚ ਬਹੁ ਚਰਚਿਤ ਆਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ। ਇਸ ਮਤੇ ਵਿੱਚ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਹੀ ਗਈ ਸੀ। ਪੰਜਾਬ ਵਿੱਚ ਪੜ੍ਹੇ ਲਿਖੇ ਯੁਵਕਾਂ ਵਿੱਚ ਵੱਧ ਰਹੀ ਬੇਰੋਜ਼ਗਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਰੋਜ਼ਗਾਰ ਦੇ ਨਵੇਂ ਵਸੀਲੇ ਲੱਭਣ ਅਤੇ ਪੰਜਾਬ ਵਿੱਚ ਵੱਡੇ ਵੱਡੇ ਉਦਯੋਗ ਸਥਾਪਿਤ ਕਰਨ ਦੀ ਮੰਗ ਸੀ। ਹਰਿਆਣੇ ਵਿੱਚ ਰਹਿ ਗਏ ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਵੀ ਕਿਹਾ ਗਿਆ ਸੀ। ਫੌਜ ਵਿੱਚ ਸਿੱਖਾਂ ਦੇ ਮੌਜੂਦਾ ਅਨੁਪਾਤ ਨੂੰ ਕਾਇਮ ਰੱਖਣ ਤੇ ਰਾਵੀ ਬਿਆਸ ਦੇ ਪਾਣੀਆਂ ਦੀ ਸਹੀ ਵੰਡ ਬਾਰੇ ਵੀ ਜ਼ੋਰ ਦਿੱਤਾ ਗਿਆ ਸੀ। ਜਿੱਥੇ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਪਾਸ ਕੀਤੀਆਂ ਗਈਆਂ ਬਹੁਤੀਆਂ ਮੰਗਾਂ ਦਾ ਸੰਬੰਧ ਪੰਜਾਬ ਦੀ ਸਮੁੱਚੀ ਵਸੋਂ ਨਾਲ ਸੀ, ਉੱਥੇ ਕਾਂਗਰਸ ਸਰਕਾਰ ਨੇ ਇਸ ਮਤੇ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਭਾਰੀ ਖਤਰੇ ਦੀ ਦਸਤਾਵੇਜ਼ ਕਹਿ ਕੇ ਇਸ ਨੂੰ ਥਾਂ ਥਾਂ ਤੇ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ। ਜੇ ਉਹ ਸਾਰੇ ਦੇਸ਼ ਲਈ ਵੱਧ ਅਧਿਕਾਰਾਂ ਦਾ ਮੰਗ ਕਰਦਾ ਆਨੰਦਪੁਰ ਸਾਹਿਬ ਦਾ ਮਤਾ, ਫਿਰ ਇਸ ਗੱਲ ਨਾਲ ਵੱਖਵਾਦੀ ਕਹਿ ਕੇ ਕਿਉਂ ਸਾਨੂੰ ਟਾਲਿਆ ਜਾਵੇ। ਪੰਜਾਬ ਦੀ ਅਕਾਲੀ ਪਾਰਟੀ ਸਰਕਾਰ ਪਾਸ ਲਗਾਤਾਰ ਆਪਣੀਆਂ ਮੰਗਾਂ ਪੇਸ਼ ਕਰਦੀ ਰਹੀ, ਪਰ ਕੇਂਦਰ ਵਿੱਚ ਬੈਠੀ ਕਾਂਗਰਸ ਸਰਕਾਰ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਵੀ ਵਿਘਟਨਕਾਰੀ ਕਹਿ ਕੇ ਨਜ਼ਰਅੰਦਾਜ਼ ਕਰਦੀ ਰਹੀ। ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਜਿੱਥੇ ਆਰਥਿਕ ਤੌਰ ਤੇ ਖੁਸ਼ਹਾਲ ਹੋ ਗਿਆ ਸੀ, ਉੱਥੇ ਪੜ੍ਹੇ ਲਿਖੇ ਨੌਜਵਾਨਾਂ ਵਿੱਚ ਬੇਕਾਰੀ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਸੀ। ਪੰਜਾਬ ਦੀਆਂ ਸਮੱਸਿਆਵਾਂ ਬਾਰੇ ਕੋਈ ਵੀ ਕੌਮੀ ਪਾਰਟੀ ਜਾਂ ਕਾਂਗਰਸ ਸਰਕਾਰ ਗੰਭੀਰ ਨਹੀਂ ਸੀ। 1978 ਵਿੱਚ ਅੰਮ੍ਰਿਤਸਰ ਵਿਖੇ ਹੋਏ ਨਿਰੰਕਾਰੀ ਸਮਾਗਮ ਦੇ ਸਮੇਂ ਅਖੰਡ ਕੀਰਤਨੀ ਜਥੇ ਦੇ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹ